ਪੰਜਾਬੀ ਰੇਡੀਓ ਜੀ ਵੈਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਜੀ ਅਸੀਂ ਲੈ ਕੇ ਆ ਗਏ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਆਪਾਂ ਪੰਜਾਬ ਤੇ ਭਾਰਤ ਪਹੁੰਚਦੇ ਹਾਂ। ਉੱਥੇ ਕੀ ਚੱਲ ਰਿਹਾ ਉਸ ਦੀਆਂ ਜਿਹੜੀਆਂ ਖਬਰਾਂ ਆ ਉਹ ਸਾਨੂੰ ਦੱਸਦੇ ਨੇ ਜੀ ਬਲਤੇਜ ਪੰਨੂ ਜੀ ਸਾਨੂੰ ਦੱਸਦੇ ਨੇ ਕਿ ਜਿਹੜੀਆਂ ਖਬਰਾਂ ਆ ਉਹਨਾਂ ਦੇ ਪਿੱਛੇ ਕੀ ਸੱਚ ਛੁਪਿਆ ਹੋਇਆ ਆ। ਹੁਣ ਗੱਲਬਾਤ ਕਰਦੇ ਜੀ ਬਲਤੇਜ ਪੰਨੂ ਹੋਰਾਂ ਦੇ ਨਾਲ। ਬਲਤੇਜ ਪੰਨੂ ਜੀ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਪੰਜਾਬੀ ਰੇਡੀਓ ਜੀ ਵੈਸੇ ਤੇ। ਸਤਿ ਸ਼੍ਰੀ ਅਕਾਲ ਜੀ, ਮਿਹਰਬਾਨੀ ਜੀ, ਧੰਨਵਾਦ। ਅੱਜ ਜੀ ਬਲਤੇਜ ਪੰਨੂ ਜੀ ਪੰਜਾਬ ਦਾ ਹਾਲ ਜਾਣਨ ਲਈ ਜਿਵੇਂ ਸਰੋਤੇ ਆ ਬੜੇ ਉਤਾਵਲੇ ਹੋਣੇ ਆ ਕਿ ਉੱਥੇ ਕੀ ਹੋ ਰਿਹਾ ਆ। ਤੇ ਜਿਵੇਂ ਜੀ ਕੱਲ ਦੀ ਖਬਰ ਹੈਗੀ ਆ ਕਿ ਯੂਪੀ ਦੇ ਵਿੱਚ 2 ਭੈਣਾਂ ਦਾ ਰੇਪ ਹੋਇਆ ਤੇ ਉਹਨਾਂ ਨੂੰ ਟੰਗ ਦਿੱਤਾ ਗਿਆ ਦਰਖਤ ਦੇ ਉੱਤੇ। ਤੇ ਕੀ ਦੇਸ਼ ਦੇ ਵਿੱਚ ਕੀ ਕੋਈ ਹਿਲਚੁਲ ਹੋਈ ਆ ਉਸ ਵੇਲੇ? ਇਹਨੂੰ ਲੈ ਕੇ ਜਿਹੜਾ ਬਦਾਯੂ ਸਮੂਹਕ ਬਲਾਤਕਾਰ ਸੀਗਾ ਜੀ, ਇਹਦੇ ਵਿੱਚ ਮਾਮਲਾ ਜਿਹੜਾ ਕਤਲ ਦਾ ਉਹ ਦਰਜ ਹੋ ਗਿਆ। ਸਾਰੇ ਵਿਅਕਤੀ ਜਿਹੜੇ ਨੇ ਉਹ ਫੜੇ ਗਏ ਨੇ। 2 ਪੁਲਿਸ ਵਾਲੇ ਵੀ ਜਿਹੜੇ ਨੇ ਉਹਨਾਂ ਨੂੰ ਸਸਪੈਂਡ ਕੀਤਾ ਗਿਆ। ਔਰ ਦੇਸ਼ ਭਰ ਦੇ ਵਿੱਚ ਇਸ ਵੇਲੇ ਜ਼ਬਰਦਸਤ ਰੋਹ ਹੈ ਇਹਦੇ ਨਾਲ। ਜਿਹੜੇ ਸਟੂਡੈਂਟ ਯੂਨੀਅਨਸ ਨੇ ਉਹ ਸੜਕਾਂ ਦੇ ਉੱਤੇ ਆਈਆਂ ਨੇ, ਜਿਹੜੇ ਆਮ ਲੋਕ ਨੇ ਉਹ ਸੜਕਾਂ ਦੇ ਉੱਤੇ ਆਏ ਨੇ। ਕੇਂਦਰ ਦੀ ਸਰਕਾਰ ਨੇ ਜਿਹੜੀ ਰਿਪੋਰਟ ਆ ਉਹ ਪੂਰੀ ਦੀ ਪੂਰੀ ਮੰਗਵਾਈ ਹੈ। ਮੇਨਕਾ ਗਾਂਧੀ ਹੋਈ ਜਿਹੜੇ ਨੇ ਉਹਨਾਂ ਨੇ ਕਿਹਾ ਕਿ ਬਲਾਤਕਾਰ ਸੰਕਟ ਸੈੱਲ ਜਿਹੜੇ ਨੇ ਉਹ ਛੇਤੀ ਭਾਰਤ ਦੇ ਵਿੱਚ ਬਣਾਏ ਜਾਣਗੇ। ਉਹਨਾਂ ਨੇ ਇਹ ਵੀ ਕਿਹਾ ਕਿ ਜੇ ਪਰਿਵਾਰ ਚਾਹੁੰਦਾ ਤਾਂ ਇਹ ਜਾਂਚ CBI ਨੂੰ ਦਿੱਤੀ ਜਾ ਸਕਦੀ ਹੈ। ਵੈਸੇ ਪੁੱਛਣ ਦੀ ਲੋੜ ਨਹੀਂ ਸੀ ਪਰਿਵਾਰ ਨੂੰ, ਇਹ ਤੁਰੰਤ ਜਿਹੜੀ ਜਾਂਚ ਸੀ ਉਹ ਦੇ ਦੇਣੀ ਚਾਹੀਦੀ ਸੀ, ਕਿਉਂਕਿ ਜਿਸ ਜਗ੍ਹਾ ਦੇ ਉੱਤੇ ਹੋਇਆ ਸਾਰਾ ਕਾਂਡ ਉੱਥੇ ਦਾ ਜਿਹੜਾ ਮੁੱਖ ਮੰਤਰੀ ਆ ਉਹ ਇਹਦੇ ਵਾਸਤੇ ਸੁਹਿਰਦ ਨਹੀਂ ਆ। ਉਹ ਤਾਂ ਪੱਤਰਕਾਰ ਨੂੰ ਕਹਿੰਦਾ ਜਦੋਂ ਪੁੱਛਿਆ ਕਿ ਤੇਰੇ ਨਾਲ ਤਾਂ ਕੁਝ ਨਹੀਂ ਹੋਇਆ ਨਾ, ਇਸ ਕਰਕੇ ਉਹ ਬਹੁਤਾ ਸੁਹਿਰਦ ਨਹੀਂ। ਤਾਂ ਬਿਨਾਂ ਪੁੱਛੇ ਤੋਂ ਜਾਂਚ ਜਿਹੜੀ ਸੀ ਉਹ CBI ਨੂੰ ਦੇਣੀ ਚਾਹੀਦੀ ਸੀ, ਪਰ ਅਜੇ ਦਿੱਤੀ ਨਹੀਂ। ਇਹਨੂੰ ਲੈ ਕੇ ਰੋਹ ਜ਼ਰੂਰ ਹੈ ਜੀ ਪੂਰੇ ਮੁਲਕ ਭਰ ਦੇ ਵਿੱਚ। ਜੀ ਬਿਲਕੁਲ, ਜਿਹੜਾ ਇੱਕ ਕੁਐਸਚਨ ਉਹਨਾਂ ਨੇ ਕੀਤਾ ਆ ਉਹ ਤੁੱਕ ਤੇ ਨਹੀਂ ਬਣਦੀ। ਅੱਗੇ ਗੱਲ ਕਰਦੇ ਹਾਂ ਜੀ, ਜਿਵੇਂ ਡਿਫੈਂਸ ਦੇ ਵਿੱਚ 100% FDI ਦਾ ਕੀ ਮਾਮਲਾ ਹੈ? ਮੋਦੀ ਦੀ ਸਰਕਾਰ ਨੇ ਜੀ ਜਿਹੜਾ ਕੰਮਕਾਰ ਸ਼ੁਰੂ ਕਰਦਿਆਂ ਭਾਰਤ ਨੂੰ ਡਿਫੈਂਸ ਪ੍ਰੋਡਕਸ਼ਨ ਕੇਂਦਰ ਬਣਾਉਣ ਦੇ ਵਾਸਤੇ ਜਿਹੜੇ ਵਿਦੇਸ਼ੀ ਨਿਵੇਸ਼ਕ ਨੇ ਜੀ ਉਹਨਾਂ ਦੇ ਵਾਸਤੇ ਸਰਕਾਰ ਇਸ ਸੈਕਟਰ ਦੇ ਵਿੱਚ FDI ਦੀ ਹੱਦ ਵਧਾ ਕੇ 100% ਕਰਨ ਦੇ ਉੱਤੇ ਜਿਹੜਾ ਜੀ ਉਹ ਵਿਚਾਰ ਕਰ ਰਹੀ ਹੈ। ਵਪਾਰ ਤੇ ਉਦਯੋਗ ਜਿਹੜਾ ਮੰਤਰਾਲਾ ਦੀ ਉਹਦੀ ਕੈਬਨਿਟ ਨੇ ਨੋਟ ਭੇਜ ਕੇ ਦੂਜੀਆਂ ਸਰਕਾਰੀ ਏਜੰਸੀਆਂ ਤੋਂ ਰਾਏ ਜਿਹੜੀ ਹੈ ਜੀ ਇਸ ਮਾਮਲੇ ਦੇ ਉੱਤੇ ਮੰਗ ਲਈ ਹੈ। ਔਰ ਪਤਾ ਲੱਗਾ ਵਪਾਰ ਤੇ ਉਦਯੋਗ ਮੰਤਰਾਲਾ ਜਿਹੜਾ ਰੇਲਵੇ ਵਰਗੇ ਦੂਜੇ ਸੈਕਟਰ ਨੇ ਉਹਨਾਂ ਦੇ ਵਿੱਚ ਵੀ FDI ਵਧਾਉਣ ਦੇ ਬਾਰੇ ਤਜਵੀਜ਼ ਜਿਹੜੀ ਆ ਉਹ ਤਿਆਰ ਕਰ ਰਿਹਾ। ਅਸੀਂ ਇਹ ਕਿ ਜਦੋਂ FDI ਰੀਟੇਲ ਦੇ ਵਿੱਚ ਕੇਂਦਰ ਦੀ ਸਰਕਾਰ ਨੇ ਪਿਛਲੀ ਕੇਂਦਰ ਦੀ ਸਰਕਾਰ ਨੇ ਕੀਤੀ ਸੀ ਤਾਂ ਉਦੋਂ ਸਭ ਤੋਂ ਵੱਧ ਰੌਲਾ ਜਿਹੜਾ ਸੀਗਾ ਉਹ ਭਾਰਤੀ ਜਨਤਾ ਪਾਰਟੀ ਨੇ ਪਾਇਆ ਸੀਗਾ ਕਿ ਜਿਹੜਾ ਸੁਰੱਖਿਆ ਖੇਤਰ ਆ ਇਹਦੇ ਵਿੱਚ FDI ਨਹੀਂ ਹੋਣੀ ਚਾਹੀਦੀ। ਪਰ ਹੁਣ ਰੱਖਿਆ ਮੰਤਰੀ ਬਣਦਿਆਂ ਸਾਰ ਅਰੁਣ ਜੇਤਲੀ ਹੋਰੀ ਜਿਹੜੇ ਨੇ ਜੀ ਉਹਨਾਂ ਨੇ ਕੰਮ ਹੀ ਪਹਿਲਾਂ ਇਹ ਕੀਤਾ ਜੀ ਕਿ FDI ਜਿਹੜੀ ਆ ਉਹ 100% ਹੋਣੀ ਚਾਹੀਦੀ ਹੈ। ਨੇਤਾ ਜਿਹੜੇ ਨੇ ਜੀ ਉਹ ਕਹਿਣੀ ਤੇ ਕਰਨੀ ਦੇ ਕਿੰਨੇ ਵੱਖੋ ਵੱਖਰੇ ਨੇ ਤੁਸੀਂ ਕਹਿ ਸਕਦੇ ਹੋ। ਹੁਣ ਜਿਹੜੀ ਕਾਂਗਰਸ ਕਰ ਰਹੀ ਸੀ FDI ਉਦੋਂ ਹੁਣ ਉਹ ਵਿਰੋਧ ਕਰਨ ਲੱਗ ਜੂਗੀ ਕਿ ਏਦਾਂ ਨਹੀਂ ਹੋਣਾ ਚਾਹੀਦਾ। ਜੀ ਬਿਲਕੁਲ। ਤੇ ਅੱਗੇ ਗੱਲ ਕਰੀਏ, ਜਿਵੇਂ ਪਹਿਲਾਂ ਇਹਨਾਂ ਨੇ ਕਿਹਾ ਸੀਗਾ ਕਿ ਅੱਛੇ ਦਿਨ ਆਉਣੇ ਵਾਲੇ ਆ। ਅੱਛੇ ਦਿਨਾਂ ਦੇ ਵਿੱਚ ਮਹਿੰਗਾਈ ਦਾ ਕੀ ਹਾਲ ਆ? ਮਹਿੰਗਾਈ ਦਾ ਹਾਲ ਬਹੁਤ ਵਧੀਆ ਜੀ। ਮਹਿੰਗਾਈ ਤਾਂ ਪੂਰੀ ਵੱਧ ਫੁੱਲ ਰਹੀ ਆ। ਆਮ ਬੰਦੇ ਦਾ ਹਾਲ ਬਹੁਤ ਮਾੜਾ। ਜਿਹੜੇ ਲੋਕ ਕਹਿੰਦੇ ਨੇ ਕਿ ਮੋਦੀ ਦਾ ਨਾਰਾ ਸੀਗਾ ਕਿ ਅੱਛੇ ਦਿਨ ਆਣੇ ਵਾਲੇ ਹੈ, ਉਹ ਹੁਣ ਬੁਰੇ ਦਿਨ ਆਣੇ ਵਾਲੇ ਵੱਲ ਨੂੰ ਗੱਲ ਜਿਹੜੀ ਜਾ ਰਹੀ ਹੈ, ਕਿਉਂਕਿ ਛੇਤੀ ਹੀ ਆਮ ਲੋਕਾਂ ਨੂੰ ਤਕੜਾ ਝਟਕਾ ਜਿਹੜਾ ਜੀ ਉਹ ਲੱਗ ਸਕਦਾ ਹੈ। ਨਰਿੰਦਰ ਮੋਦੀ ਹੋਰਾਂ ਦੀ ਅਗਵਾਈ ਹੇਠਲੀ ਸਰਕਾਰ ਜਿਹੜੀ ਆ ਪੈਟਰੋਲ ਵਾਂਗੂ ਡੀਜ਼ਲ ਦੀਆਂ ਕੀਮਤਾਂ ਤੋਂ ਸਰਕਾਰੀ ਕੰਟਰੋਲ ਹਟਾਉਣ ਦੇ ਰੌਂਦ ਵਿੱਚ ਹੈ। ਅਗਲੇ 4 ਮਹੀਨਿਆਂ 'ਚ ਡੀਜ਼ਲ ਦੀਆਂ ਕੀਮਤਾਂ ਪੂਰੀ ਤਰ੍ਹਾਂ ਸਰਕਾਰੀ ਕੰਟਰੋਲ ਤੋਂ ਮੁਕਤ ਹੋ ਜਾਣਗੀਆਂ ਜੀ। ਮਨਮੋਹਨ ਸਿੰਘ ਸਰਕਾਰ ਨੇ ਵੀ ਸਬਸਿਡੀ ਘਟਾਉਣ ਲਈ ਪੈਟਰੋਲ ਦੀਆਂ ਕੀਮਤਾਂ ਤੋਂ ਸਰਕਾਰੀ ਕੰਟਰੋਲ ਹਟਾ ਰਿਹਾ ਸੀਗਾ ਤੇ ਪੈਟਰੋਲ ਦੀਆਂ ਕੀਮਤਾਂ ਜਿਹੜੀਆਂ ਸੀਗੀਆਂ ਉਹ 75 ਰੁਪਈਏ ਤੋਂ ਉੱਪਰ ਜਿਹੜੀਆਂ ਉਹ ਚਲੇ ਗਈਆਂ ਸਨ। ਸੋ ਇਸੇ ਤਰੀਕੇ ਨਾਲ ਡੀਜ਼ਲ ਤੋਂ ਵੀ ਹੁਣ ਸਰਕਾਰੀ ਕੰਟਰੋਲ ਜਿਹੜਾ ਜੀ ਉਹ ਖਤਮ ਕੀਤਾ ਜਾ ਰਿਹਾ ਬਹੁਤ ਜਲਦੀ, 1-2 ਹਫ਼ਤਿਆਂ ਦੇ ਵਿੱਚ। ਤੇ ਬਸ ਉਸ ਤੋਂ ਬਾਅਦ ਫਿਰ ਅੱਛੇ ਦਿਨ ਆਣੇ ਵਾਲੇ ਹੈ ਜੀ, ਕਿਉਂਕਿ ਡੀਜ਼ਲ ਜਿਹੜਾ ਜੀ ਉਹ ਮਾਰਦਾ ਹੋਇਆ ਤਾਂ ਨੂੰ ਚੱਕਾ ਤੇ ਉਹਦੇ ਨਾਲ ਸਾਰਾ ਕੁਛ ਹੀ ਜਿਹੜਾ ਉਹ ਮਹਿੰਗਾ ਹੋਊਗਾ। ਜੀ ਬਿਲਕੁਲ, ਤੁਹਾਡਾ ਮਤਲਬ ਹੈ ਕਿ ਜਿਹੜੀਆਂ ਕੀਮਤਾਂ ਆ ਉਹ ਅਸਮਾਨੀ ਚੜ ਜਾਣਗੀਆਂ। ਤੇ ਅਗਲੀ ਗੱਲ ਕਰਦੇ ਹਾਂ ਜੀ, ਸੋਨੀਆ ਗਾਂਧੀ ਦੇ ਜਵਾਈ ਬਾਰਡਰ ਦੀ ਵੀ ਬੜੀ ਗੱਲ ਚੱਲ ਰਹੀ ਹੈ ਕਿ ਉਸ ਨੂੰ ਜਿਹੜੀ ਸਿਕਿਉਰਿਟੀ ਦਿੱਤੀ ਗਈ ਆ ਉਹ ਗੌਰਮੈਂਟ ਵੱਲੋਂ ਆ। ਕੀ ਭਾਰਤ ਦੇ ਵਿੱਚ ਹੀ ਇਸੇ ਤਰ੍ਹਾਂ ਬਹੁਤ ਸਾਰੇ ਲੋਕ ਆ ਉਹ ਆਪਣਾ ਬਿਜ਼ਨਸ ਚਲਾ ਰਹੇ ਆ? ਅੰਬਾਨੀ ਭਰਾ ਹੈਗੇ ਆ,
ਉਹਨਾਂ ਨੂੰ ਵੀ ਇਹ ਜਿਹੜੀ ਗਵਰਨਮੈਂਟ ਆ ਉਹ ਸਿਕਿਉਰਿਟੀ ਕਿਉਂ ਪ੍ਰੋਵਾਈਡ ਕਰਦੀ ਆ? ਸਰਕਾਰ ਜਿਹੜੀ ਇਹਦੀ ਉਹ ਸਿਕਿਉਰਿਟੀ ਪ੍ਰੋਵਾਈਡ ਜਿਹੜਾ ਕਰਨ ਦਾ ਉਹਨਾਂ ਦਾ ਕ੍ਰਾਈਟੇਰੀਆ ਕੀ ਹੈ, ਕਿਉਂ ਇਹ ਦਿੰਦੀ ਹੈ ਜੀ? ਇਹ ਆਈ ਥਿੰਕ ਇੰਡੀਵਿਜੂਅਲ ਕੇਸ ਦੇ ਉੱਤੇ ਹੈ ਜੀ। ਇੱਥੇ ਕੈਨੇਡਾ ਤੋਂ ਆਉਂਦਾ ਇੱਕ ਰੇਡੀਓ ਵਾਲਾ, ਉਹ ਇੰਨੀ ਸਿਕਿਉਰਿਟੀ ਜਿਹੜੀ ਉਹ ਲਈ ਫਿਰਦਾ ਹੁੰਦਾ, ਉਹਨੂੰ ਕਿਹੜੇ ਤਰੀਕੇ ਨਾਲ ਦਿੰਦੀ ਹੈ ਜੀ ਇਹ ਕੋਈ ਨਹੀਂ ਪਤਾ ਕਿ ਕਾਗਜ਼ਾਂ ਪੱਤਰਾਂ ਦੇ ਵਿੱਚ ਉਹ ਖਾਨਾ ਪੂਰਤੀ ਕਿਵੇਂ ਕੀਤੀ ਜਾਂਦੀ ਹੈ, ਕੀ ਖਾਨਾ ਪੂਰਤੀ ਕੀਤੀ ਜਾਂਦੀ ਹੈ, ਕਿਹਨੂੰ ਸਿਕਿਉਰਿਟੀ ਜਿਹੜੀ ਇੰਨੀ ਦਿੱਤੀ ਗਈ, ਉਹਨੂੰ ਕੀ ਖਤਰਾ ਜਿਹੜਾ ਹੋ ਗਿਆ। ਹੁਣ ਰੋਬਰਟ ਵਾਡਰਾ ਜਿਹੜਾ ਜੀ ਉਹਨੂੰ ਦਿੱਤੀਆਂ ਜਾਣ ਵਾਲੀ ਸਿਕਿਉਰਿਟੀ ਤੇ ਵਿਸ਼ੇਸ਼ ਛੋਟਾਂ ਦੇ ਉੱਤੇ ਸਵਾਲ ਜਿਹੜੇ ਨੇ ਉਹ ਖੜੇ ਹੋ ਰਹੇ ਨੇ। ਜਿਹੜੇ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਆ ਉਹਨੇ ਜਿਹੜੇ ਅਸ਼ੋਕ ਰਾਜਪਤੀ ਰਾਜੂ ਆ ਉਹਨੇ ਇਹ ਕਿਹਾ ਕਿ ਸੁਰੱਖਿਆ ਜਿਹੜੀ ਉਹ ਸਾਰਥਕ ਹੋਣੀ ਚਾਹੀਦੀ ਹੈ, ਨਾ ਕਿ ਸਜਾਵਟੀ। ਉਹਨੇ ਕਿਹਾ ਕਿ ਜਿਹੜਾ ਰੋਬਰਟ ਵਾਡਰਾ ਹੈ ਉਹਦੇ ਤੋਂ ਇਹ ਸਿਕਿਉਰਿਟੀ ਜਿਹੜੀ ਹੈ ਜੀ ਉਹ ਘੱਟ ਕੀਤੀ ਜਾਊਗੀ। ਇਸ ਤੋਂ ਇਲਾਵਾ ਸੋਨੀਆ ਗਾਂਧੀ ਦਾ ਜਵਾਈ ਜਿਹੜਾ ਜੀ ਉਹ ਕਿਸੇ ਵੀ ਹਵਾਈ ਅੱਡੇ ਦੇ ਉੱਤੇ ਉਹਦੀ ਤਲਾਸ਼ੀ ਨਹੀਂ ਹੁੰਦੀ। ਪਰ ਹੁਣ ਇਹ ਛੋਟ ਜਿਹੜੀ ਆ ਉਹ ਵੀ ਰੋਬਰਟ ਵਾਡਰਾ ਤੋਂ ਵਾਪਸ ਜਿਹੜੀ ਆ ਜੀ ਉਹ ਲਈ ਜਾ ਰਹੀ ਆ। ਉਹਨੂੰ Z+ ਸੁਰੱਖਿਆ ਜਿਹੜੀ ਆ ਉਹ ਮਿਲੀ ਹੋਈ ਹੈ। ਉਧਰ ਜਿਹੜੀ ਉਹਦੀ ਪਤਨੀ ਹੈ ਜੀ ਸੋਨੀਆ ਗਾਂਧੀ ਦੀ ਧੀ, ਉਹਦਾ ਇਹ ਕਹਿਣਾ ਹੈ ਕਿ ਸਾਨੂੰ ਸਿਕਿਉਰਿਟੀ ਦੀ ਕੋਈ ਲੋੜ ਨਹੀਂ ਹੈ, ਜੇ ਇਹਦੇ ਉੱਤੇ ਕੱਟ ਲਾਇਆ ਜਾਂਦਾ ਘੱਟ ਕੀਤੀ ਜਾਂਦੀ ਹੈ ਤੇ ਸਾਨੂੰ ਇਹਦੇ ਨਾਲ ਕੋਈ ਫਰਕ ਨਹੀਂ ਆ। ਜੇ ਫਰਕ ਨਹੀਂ ਆ ਤਾਂ ਫਿਰ ਇੰਨੀ ਲਈ ਕਿਉਂ ਫਿਰਦੇ ਸੀਗੇ? ਆਪੇ ਹੀ ਪਹਿਲਾਂ ਕਿਉਂ ਨਾ ਹਟਾ ਦਿੱਤੀ? ਰੋਬਰਟ ਵਾਡਰਾ ਦੀ ਕਿਹੜੀ ਐਡੀ ਦੇਣ ਹੈ ਕਿ ਉਹਨੂੰ ਏਅਰਪੋਰਟ ਦੇ ਉੱਤੇ ਵੀ ਇਸ ਗੱਲ ਦੀ ਛੋਟ ਹੈ ਕਿ ਉਹਨੂੰ ਲਾਈਨ ਦੇ ਵਿੱਚ ਨਹੀਂ ਲੱਗਣਾ ਪੈਂਦਾ, ਉਹਦੀ ਕੋਈ ਸਿਕਿਉਰਿਟੀ ਚੈੱਕ ਜਿਹੜੀ ਆ ਉਹ ਨਹੀਂ ਹੁੰਦੀ। ਜੀ ਬਿਲਕੁਲ, VIP ਕਲਚਰ ਆ ਜਿਹੜਾ ਇੱਥੇ ਇੰਡੀਆ ਦੇ ਵਿੱਚ ਆ ਉਹਨੇ ਬੜੇ ਕੰਮ ਖਰਾਬ ਕੀਤੇ। ਅੱਗੇ ਗੱਲ ਕਰਦੇ ਆ ਜੀ RSS ਤੇ ਡੇਰਾ ਮੁਖੀ ਦੇ ਜਿਹੜੇ ਦੋਨੇ ਸੀਗੇ, ਇਹਨਾਂ ਦੀ ਬੰਦ ਕਮਰਾ ਮੀਟਿੰਗ ਆ, ਉਹਦੇ ਵਿੱਚ ਕੀ ਕੁਝ ਹੋਇਆ ਹੋਊਗਾ? ਕੀ ਕਿਆਸ ਰਾਈਆਂ ਜਿਹੜੀਆਂ ਲੱਗ ਰਹੀਆਂ ਆ? ਕਿਆਸ ਰਾਈਆਂ ਨੇ ਜੀ ਬਹੁਤੀਆਂ ਤਾਂ, ਕਿਉਂਕਿ ਇਹ ਲੋਕ ਬਾਹਰ ਤਾਂ ਆਉਣ ਨਹੀਂ ਦਿੰਦੇ ਨਾ ਜੀ ਗੱਲ ਕਿ ਕੀ ਹੋਇਆ ਉੱਥੇ ਕੀ ਨਹੀਂ। ਪਰ ਲੰਮੀ ਚੌੜੀ ਮੁਲਾਕਾਤ ਜਿਹੜੀ ਹੈ ਜੀ ਉਹ ਮਾਨਸਾ ਦੇ ਵਿੱਚ ਸਖਤ ਸੁਰੱਖਿਆ ਪ੍ਰਬੰਧਾਂ ਦੇ ਹੇਠ ਜਿਹੜੀ ਹੈ ਜੀ ਹੋਈ ਹੈ। ਇਹਦੇ ਵਿੱਚ ਜਿਹੜੇ ਡੇਰਾ ਬਿਆਸ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਤੇ RSS ਦੇ ਮੁਖੀ ਜਿਹੜੇ ਮੋਹਨ ਭਾਗਵਤ ਸੀਗੇ, ਇਹਨਾਂ ਦੋਵਾਂ ਨੇ ਮੁਲਾਕਾਤ ਕੀਤੀ ਆ। ਕੁਝ ਜਿਹੜੀਆਂ ਖਬਰਾਂ ਨੇ ਉਹ ਇਹ ਦੱਸਦੀਆਂ ਨੇ ਬਿਨਾਂ ਪੁਸ਼ਟੀ ਵਾਲੀਆਂ ਜਿਹੜੀਆਂ ਖਬਰਾਂ ਉਹ ਇਹ ਕਹਿੰਦੀਆਂ ਹੈ ਕਿ ਭਾਰਤੀ ਜਨਤਾ ਪਾਰਟੀ ਮਾਲਵਾ ਖੇਤਰ ਦੇ ਵਿੱਚ ਆਪਣੇ ਪੈਰ ਜਿਹੜੇ ਆ ਉਹ ਪਸਾਰਨਾ ਚਾਹੁੰਦੀ ਆ। ਉਹ ਸਮਝਦੀ ਆ ਕਿ ਤੇ ਦੁਆਬੇ ਦੇ ਵਿੱਚ ਤਾਂ ਉਹਦੇ ਪੈਰ ਲੱਗਦੇ ਜਾ ਰਹੇ ਨੇ, ਮਾਲਵੇ ਦੇ ਵਿੱਚ ਉਹਦੇ ਪੈਰ ਨਹੀਂ ਲੱਗ ਰਹੇ, ਜਿਹਦੀ ਵਜ੍ਹਾ ਕਰਕੇ ਇਹ ਮੀਟਿੰਗ ਜਿਹੜੀ ਆ ਉਹ ਕੀਤੀ ਦੱਸੀ ਜਾਂਦੀ ਆ। ਅਕਾਲੀ ਦਲ ਵਾਲੇ ਵੀ ਆਪਣੇ ਜਿਹੜੀਆਂ ਉਹਨਾਂ ਦੀਆਂ ਖੁਫੀਆ ਏਜੰਸੀਜ਼ ਨੇ, ਪੁਲਿਸ ਵਾਲਿਆਂ ਦੀਆਂ ਦੂਜੀਆਂ ਤੀਜੀਆਂ, ਉਹਨਾਂ ਤੋਂ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਕੀ ਇਸ ਮੀਟਿੰਗ ਦੇ ਵਿੱਚੋਂ ਨਿਕਲਿਆ, ਇਹਦੇ ਪੈਣ ਵਾਲੇ ਪ੍ਰਭਾਵ ਜਿਹੜੇ ਉਹ ਕੀ ਨੇ। ਜੇ ਭਾਰਤੀ ਜਨਤਾ ਪਾਰਟੀ ਇਸ ਪਾਸੇ ਵੱਲ ਪੈਰ ਲਾਉਣਾ ਚਾਹੁੰਦੀ ਹੈ ਤਾਂ ਇਹ ਕਿਹਾ ਜਾ ਸਕਦਾ ਕਿ ਅਕਾਲੀ ਦਲ ਦੇ ਨਾਲੋਂ ਤੋੜ ਵਿਛੋੜਾ ਆਉਂਦੇ ਸਮੇਂ ਦੇ ਦੌਰਾਨ ਭਾਰਤੀ ਜਨਤਾ ਪਾਰਟੀ ਜਿਹੜੀ ਉਹ ਕਰ ਸਕਦੀ ਹੈ। ਪਰ ਏਦਾਂ ਦੇ ਦੋ ਜਿਹੜੇ ਡੇਰੇ ਵਾਲੇ ਨੇ ਉਹਨਾਂ ਦੀ ਆਪਸੀ ਮੁਲਾਕਾਤ ਹੋਣੀ ਪੰਜਾਬ ਦੇ ਵਿੱਚ, ਪੰਜਾਬ ਨੂੰ ਲੈ ਕੇ ਇਹਦੇ ਨਾਲ ਕਈ ਫਿਕਰਮੰਦੀਆਂ, ਕਈ ਕੁਐਸਚਨ ਮਾਰਕ ਜਿਹੜੇ ਨੇ ਉਹ ਲੱਗ ਗਏ ਨੇ। ਜੀ ਬਿਲਕੁਲ ਜਿਹੜੇ ਲੋਕ ਹੈਗੇ ਆ ਵਾਕਈ ਫਿਕਰਮੰਦ ਆ ਕਿ ਇਹ ਕਿਹਦੇ ਅਗੇਂਸਟ ਕੀ ਹੋਣਾ ਆ, ਇਹਦੇ ਵਿੱਚ ਕੁਛ ਤੇ ਕੁਛ ਜਿਹੜਾ ਉਹ ਛੁਪਿਆ ਹੋਇਆ ਆ। ਤੇ ਅੱਗੇ ਗੱਲ ਕਰਦੇ ਆ ਜੀ, ਜਿਵੇਂ ਕਾਫੀ ਦਿਨਾਂ ਤੋਂ ਰੌਲਾ ਪੈ ਰਿਹਾ ਸੀਗਾ ਕਾਂਗਰਸ ਦੇ ਵਿੱਚ ਕਿ ਪ੍ਰਤਾਪ ਸਿੰਘ ਬਾਜਵਾ ਹੋਰੀ ਅਸਤੀਫਾ ਦੇਣ, ਤੇ ਹੁਣ ਲੱਗਦਾ ਹੈ ਕਿ ਉਹਨਾਂ ਨੇ ਵੀ ਆਪਣੀ ਜਿਹੜੀ ਆ ਪਾਵਰ ਵਾਪਸ ਕਰਨ ਦਾ ਮਨ ਬਣਾ ਲਿਆ ਹੈ। ਗੁੱਟਬਾਜ਼ੀ ਜਿਹੜੀ ਹੈ ਉਹ ਸਿਖਰ ਦੇ ਉੱਤੇ ਆ ਅਜੇ ਵੀ। ਪ੍ਰਤਾਪ ਸਿੰਘ ਬਾਜਵਾ ਹੋਰਾਂ ਦੇ ਵੱਲੋਂ ਹਾਲਾਂਕਿ ਅਜੇ ਅਸਤੀਫਾ ਦੇਣ ਬਾਰੇ ਇੱਕ ਭੰਬਲ ਭੂਸਾ ਬਣਿਆ ਹੋਇਆ, ਪਰ ਕਾਂਗਰਸ ਦੇ ਜਨਰਲ ਸਕੱਤਰ ਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਸ਼ਕੀਲ ਅਹਿਮਦ ਨੇ ਬਾਜਵਾ ਦੇ ਵੱਲੋਂ ਅਸਤੀਫਾ ਦਿੱਤੇ ਜਾਣ ਦੀ ਪੇਸ਼ਕਸ਼ ਬਾਰੇ ਜਿਹੜਾ ਜੀ ਕਿਹਾ ਕਿ ਉਹਨਾਂ ਨੂੰ ਕੋਈ ਜਾਣਕਾਰੀ ਜਿਹੜੀ ਆ ਉਹ ਨਹੀਂ ਹੈ। ਪ੍ਰਤਾਪ ਸਿੰਘ ਬਾਜਵਾ ਹੋਰੀ ਤਾਂ ਇਹਦੇ ਬਾਰੇ ਚ ਕੁਝ ਜਵਾਬ ਨਹੀਂ ਦੇ ਰਹੇ, ਜਦੋਂ ਕਿ ਅੰਮ੍ਰਿਤਸਰ ਤੋਂ ਮੈਂਬਰ ਪਾਰਲੀਮੈਂਟ ਬਣੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਪੰਜਾਬ 'ਚ ਪਾਰਟੀ ਦੀ ਮਾੜੀ ਕਾਰਗੁਜ਼ਾਰੀ ਤੋਂ ਬਾਅਦ ਬਾਜਵਾ ਦੇ ਪ੍ਰਧਾਨਗੀ ਅਹੁਦੇ ਦੀ ਅਸਤੀਫੇ ਦੀ ਆਵਾਜ਼ ਜਿਹੜੀ ਹੈ ਜੀ ਉਹ ਉੱਚੀ ਕੀਤੀ ਹੋਈ ਹੈ ਜੀ। ਬਾਜਵਾ ਨੇ ਅਸਤੀਫਾ ਦੇਣ ਦੀਆਂ ਪੇਸ਼ਕਸ਼ ਜਿਹੜੀਆਂ ਨੇ ਉਹ ਕੀਤੀਆਂ ਦੱਸੀਆਂ ਜਾਂਦੀਆਂ ਨੇ। ਕਾਂਗਰਸ ਦੇ ਕੁਝ ਸੀਨੀਅਰ ਆਗੂਆਂ ਨੂੰ ਇਹਦੇ ਸਬੰਧ ਦੇ ਵਿੱਚ ਉਹਨਾਂ ਨੇ ਆਪਣੀ ਜਾਣਕਾਰੀ ਜਿਹੜੀ ਉਹ ਦੇ ਦਿੱਤੀ ਸੀ, ਜਦੋਂ ਕਿ ਇਹਨਾਂ ਆਗੂਆਂ ਨੇ ਕਿਹਾ ਸੀਗਾ ਕਿ ਅਜੇ ਅਹੁਦਾ ਛੱਡਣ ਦੀ ਜ਼ਰੂਰਤ ਨਹੀਂ ਹੈ ਤੇ ਦੱਸ ਦਾਂਗੇ ਜਦੋਂ ਅਹੁਦਾ ਜਿਹੜਾ ਛੱਡਣਾ ਹੋਇਆ। ਇਹਦਾ ਮਤਲਬ ਇਹ ਹੈ ਕਿ ਇਹ ਅਸਤੀਫਾ ਜਿਹੜਾ ਕਿਸੇ ਟਾਈਮ ਵੀ ਆ ਸਕਦਾ ਹੈ, ਕਿਉਂਕਿ ਰੋਸ ਜਿਹੜਾ ਜੀ ਉਹ ਵੱਧਦਾ ਜਾ ਰਿਹਾ ਇੱਥੇ ਪੰਜਾਬ ਦੇ ਵਿੱਚ, ਖਾਸ ਤੌਰ ਦੇ ਉੱਤੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਧੜੇ ਦੇ ਵੱਲੋਂ। ਇਹ ਰੋਸ ਜਿਹੜਾ ਜੀ ਇਹ ਆਮ ਵਰਕਰਾਂ ਦੇ ਵੱਲੋਂ ਕਿਤੇ ਨਹੀਂ ਗਾ। ਆਮ ਵਰਕਰ ਤਾਂ ਮੂੰਹ ਚੁੰਗਲਾ ਪਾਈ ਵੇਖੀ ਜਾ ਰਹੇ ਨੇ ਕਿ ਕਾਂਗਰਸ ਦੇ ਆਗੂ ਕਰ ਕੀ ਰਹੇ ਨੇ, ਜਿਹੜੇ ਛਿੱਤਰੀ ਦਾਲ ਅਜੇ ਵੀ ਵੰਡੀ ਜਾ ਰਹੇ ਨੇ।
ਜੀ ਬਿਲਕੁਲ, ਇੰਨੀ ਮਾੜੀ ਹਾਲਾਤ ਦੇ ਵਿੱਚ ਵੀ ਇਹਨਾਂ ਦਾ ਇਹ ਕੰਮ ਕਰਨਾ ਬੜਾ ਮਾੜਾ ਹੈ। ਤੇ ਅੱਗੇ ਜੀ ਤੁਸੀਂ ਕੱਲ ਗੱਲ ਕੀਤੀ ਸੀ ਅਰਵਿੰਦ ਖੰਨਾ ਦੀ ਕਿ ਉਹਨਾਂ ਨੇ ਅਸਤੀਫਾ ਉਹ ਦਿੱਤਾ ਸੀਗਾ, ਪਰ ਬਾਅਦ ਵਿੱਚ ਉਹਨਾਂ ਨੇ ਮਾਈਂਡ ਚੇਂਜ ਕਰ ਲਿਆ ਕਿ ਉਹ ਸਪੀਕਰ ਕੋਲ ਪੇਸ਼ ਹੋਣਗੇ। ਕੀ ਉਹ ਸਪੀਕਰ ਦੇ ਕੋਲ ਪੇਸ਼ ਹੋਏ ਆ? ਨਹੀਂ ਜੀ, ਅਰਵਿੰਦ ਖੰਨਾ ਨੇ 30 ਤਰੀਕ ਨੂੰ ਸਪੀਕਰ ਦੇ ਕੋਲੇ ਪੇਸ਼ ਹੋਣਾ ਸੀਗਾ। ਕੱਲ ਦੇਰ ਰਾਤ ਤੱਕ ਕੋਈ ਖਬਰ ਜਿਹੜੀ ਇਸ ਸੰਬੰਧ ਦੇ ਵਿੱਚ ਨਹੀਂ ਆਈ ਕਿ ਅਰਵਿੰਦ ਖੰਨਾ ਜਿਹੜੇ ਨੇ ਉਹ ਸਪੀਕਰ ਚਰਨਜੀਤ ਸਿੰਘ ਓਠਵਾਲ ਦੇ ਕੋਲੇ ਜਿਹੜਾ ਉਹ ਪੇਸ਼ ਹੋਏ ਨੇ। ਉਹ ਨਹੀਂ ਗਏ। ਉਹਨਾਂ ਨੇ ਜਿਹੜੀ ਚਿੱਠੀ ਹੀ ਜਾਰੀ ਕੀਤੀ ਸੀਗੀ ਕਿ ਉਹ ਧੂਰੀ ਤੋਂ ਅਸਤੀਫਾ ਦੇ ਰਹੇ ਨੇ। 30 ਤਰੀਕ ਤੱਕ ਦਾ ਟਾਈਮ ਜਿਹੜਾ ਉਹਨਾਂ ਨੂੰ ਦਿੱਤਾ ਗਿਆ ਸੀਗਾ ਕਿ ਉਹ ਸਪੀਕਰ ਦੇ ਕੋਲੇ ਜਾ ਕੇ ਸਪਸ਼ਟ ਕਰਨ। ਇਸ ਤਰ੍ਹਾਂ ਦੀਆਂ ਕਿਆਸ ਰਾਈਆਂ ਚੱਲ ਰਹੀਆਂ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਉਹਨਾਂ ਨੂੰ ਮਨਾ ਲਿਆ। ਦੂਜਾ, ਅਕਾਲੀ ਦਲ ਵੀ ਸੋਚਦਾ ਹੈ ਕਿ ਇਹ ਸੀਟ ਸ਼ਾਇਦ ਜਿੱਤੀ ਜਾ ਸਕਣੀ ਔਖੀ ਹੋ ਜਾਣੀ ਹੈ ਧੂਰੀ ਵਾਲੀ। ਇਸ ਕਰਕੇ ਉਹਨਾਂ ਨੇ ਵੀ ਅਜੇ ਨੰਨਾ ਜਿਹੜਾ ਬੋਲ ਦਿੱਤਾ ਅਰਵਿੰਦ ਖੰਨਾ ਨੂੰ ਕਿ ਉੱਥੇ ਹੀ ਰਹੋ। ਦੋਵੇਂ ਪਾਰਟੀਆਂ ਜਿਹੜੀਆਂ ਇਹ ਸਮਝਦੀਆਂ ਨੇ ਕਿ ਇਹ ਜ਼ਮੀਨੀ ਚੋਣ ਲੜਨ ਦਾ ਸਮਾਂ ਨਹੀਂ ਹੈ, ਕਿਉਂਕਿ ਇਹਦੇ ਨਾਲ ਆਮ ਆਦਮੀ ਪਾਰਟੀ ਦਾ ਖਾਤਾ ਜਿਹੜਾ ਉਹ ਖੁੱਲ ਸਕਦਾ ਵਿਧਾਨ ਸਭਾ ਦੇ ਵਿੱਚ ਵੀ। ਇਸ ਕਰਕੇ ਅਰਵਿੰਦ ਖੰਨਾ ਜਿਹੜੇ ਵੀ ਉਹ ਅਸਤੀਫਾ ਵਾਪਸ ਲੈਣ ਦੇ ਰੌਂਦ ਦੇ ਵਿੱਚ ਨੇ, ਨਹੀਂ ਪੇਸ਼ ਹੋਏ। ਹੋ ਸਕਦਾ ਅੱਜ ਉਹ ਪੇਸ਼ ਹੋ ਜਾਣ ਤੇ ਆਪਣਾ ਅਸਤੀਫਾ ਜਿਹੜਾ ਲੈਣ ਦਾ ਉਹਨਾਂ ਦਾ ਮਨ ਹੈ ਉਹਨੂੰ ਉਹ ਕੈਂਸਲ ਕਰ ਦੇਣ, ਤਾਂ ਕਿ ਉਹ ਅਸਤੀਫਾ ਨਾ ਦੇਣ। ਇਹਦੀ ਬਹੁਤ ਜ਼ਿਆਦਾ ਉਮੀਦ ਹੈ ਜੀ ਇਸ ਗੱਲ। ਜੀ ਤੇ ਆਖਰੀ ਗੱਲ ਆਪਾਂ ਕਰਦੇ ਜੀ ਆਮ ਆਦਮੀ ਪਾਰਟੀ ਦੀ। ਕੱਲ ਤੁਸੀਂ ਦੱਸਿਆ ਸੀ ਕਿ ਜਿਹੜੀ ਆਮ ਆਦਮੀ ਪਾਰਟੀ ਆ ਇਹਨਾਂ ਨੇ ਕੋਈ ਨਾ ਕੋਈ ਜਿਹੜਾ ਕਨਵੀਨਰ ਆ ਪੰਜਾਬ ਦੇ ਵਿੱਚ ਉਹ ਥਾਪਿਆ ਆ। ਕੀ ਚੱਲ ਰਿਹਾ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦਾ? ਇੱਥੇ ਇਹਨਾਂ ਦੀ ਥੋੜ੍ਹੀਆਂ ਜਿਹੀਆਂ ਆਪ ਹੁਦਰੀਆਂ ਸ਼ੁਰੂ ਹੋ ਗਈਆਂ ਪੰਜਾਬ ਦੇ ਵਿੱਚ। ਆਮ ਆਦਮੀ ਪਾਰਟੀ ਨੂੰ ਮਿਲੇ ਹੁੰਗਾਰੇ ਤੋਂ ਬਾਅਦ ਕੁਝ ਲੋਕ ਜਿਹੜੇ ਨੇ ਇਹਨਾਂ ਦੀ ਉਹ ਇਹ ਸੋਚਣ ਲੱਗ ਗਏ ਕਿ ਜੋ ਉਹ ਕਰ ਦੇਣਗੇ ਉਹ ਠੀਕ ਹੈ। ਦੂਜੀ ਗੱਲ ਇਹ ਕਿ ਜਿਵੇਂ ਕਾਬਜ਼ ਹੋਇਆ ਜਾ ਸਕਦਾ ਹੋ ਜਾਓ। ਇੱਕ ਇੱਥੇ ਹੈ ਨੇ ਜੀ ਜਿਨ੍ਹਾਂ ਦੇ ਨਾਮ ਦੇ ਥੱਲੇ ਇਹ ਇੱਥੇ ਪਾਰਟੀ ਦੇ IT ਇੰਚਾਰਜ ਹਿਮਾਂਸ਼ੂ ਪਾਠਕ ਹੈ ਜੀ। ਉਹਨੇ ਆਪਣੇ ਤੌਰ ਦੇ ਉੱਤੇ ਬਿਆਨ ਜਿਹੜਾ ਸੀਗਾ ਮੀਡੀਆ ਦੇ ਵਾਸਤੇ ਜਾਰੀ ਕਰ ਦਿੱਤਾ ਕਿ ਪੰਜਾਬ ਦੇ ਵਿੱਚ ਕਨਵੀਨਰ ਜਿਹੜਾ HS ਫੂਲਕਾ ਹੋਰਾਂ ਨੂੰ ਲਾ ਦਿੱਤਾ ਗਿਆ ਤੇ ਇਹਦੇ ਉੱਤੇ ਸਹੀ ਜਿਹੜੀ ਹੈ ਉਹ ਅਰਵਿੰਦ ਕੇਜਰੀਵਾਲ ਨੇ ਵੀ ਪਾ ਦਿੱਤੀ ਹੈ ਜੀ। ਇਹ ਬਿਆਨ ਜਦੋਂ ਸਾਹਮਣੇ ਆਇਆ ਤਾਂ ਉਦੋਂ ਬਾਅਦ ਇੱਕਦਮ ਵੱਡੀ ਹਿਲਜੁਲ ਜਿਹੜੀ ਹੈ ਜੀ ਉਹ ਪਾਰਟੀ ਦੇ ਵਿੱਚ ਸ਼ੁਰੂ ਹੋ ਗਈ। ਪਾਰਟੀ ਦੇ ਜਿੱਤੇ ਹੋਏ 2 ਮੈਂਬਰ ਪਾਰਲੀਮੈਂਟ ਇੱਥੋਂ ਸਰ ਡਾਕਟਰ ਧਰਮਵੀਰ ਗਾਂਧੀ ਤੇ ਭਗਵੰਤ ਮਾਨ ਹੋਰੀ ਦਿੱਲੀ ਪਹੁੰਚੇ। ਉੱਥੇ ਬਾਕੀ ਕੁਝ ਚੋਣ ਲੜਨ ਵਾਲੇ ਜਿਹੜੇ ਉਮੀਦਵਾਰ ਸੀ ਉਹ ਵੀ ਉੱਥੇ ਪਹੁੰਚੇ ਅਰਵਿੰਦ ਕੇਜਰੀਵਾਲ ਹੋਰਾਂ ਦੇ ਕੋਲੇ। ਅਰਵਿੰਦ ਕੇਜਰੀਵਾਲ ਹੋਰਾਂ ਨੇ ਕਿਹਾ ਕਿ ਉਹਨਾਂ ਨੇ ਕੋਈ ਏਦਾਂ ਦਾ ਬਿਆਨ ਦੇ ਉੱਤੇ ਸਹੀ ਨਹੀਂ ਪਾਈ ਜਿਹਦੇ ਵਿੱਚ ਜਿਹੜਾ ਕਨਵੀਨਰ ਕਿਸੇ ਨੂੰ ਪੰਜਾਬ ਦਾ ਥਾਪਿਆ ਹੋਵੇ। ਦੁਪਹਿਰ ਹੁੰਦੇ ਤੱਕ HS ਫੂਲਕਾ ਉਹਨਾਂ ਨੇ ਇਹ ਬਿਆਨ ਦੇ ਉੱਤੇ ਵਾਪਸ ਲੈ ਲਿਆ। ਉਹਨਾਂ ਨੇ ਇਹ ਗੱਲ ਕਹੀ ਕਿ ਮੈਨੂੰ ਕੁਝ ਨਹੀਂ ਪਤਾ ਕਿ ਮੈਨੂੰ ਕਨਵੀਨਰ ਥਾਪ ਦਿੱਤਾ ਗਿਆ, ਮੈਨੂੰ ਕਿਸੇ ਨੇ ਕੋਈ ਜਾਣਕਾਰੀ ਇਸ ਸੰਬੰਧ ਦੇ ਵਿੱਚ ਜਿਹੜੀ ਆ ਉਹ ਨਹੀਂ ਦਿੱਤੀ। ਉਹ ਵੀ ਇਸ ਬਿਆਨ ਤੋਂ ਪਿੱਛੇ ਹਟ ਗਏ। ਮੀਟਿੰਗ ਜਿਹੜੀ ਆ ਜੀ ਕੱਲ ਦੁਪਹਿਰੇ ਵੀ ਹੋਈ, ਫਿਰ ਕੱਲ ਰਾਤ ਵੀ ਹੋਈ। ਇਹ ਸਮਝਿਆ ਜਾ ਰਿਹਾ ਹੈ ਕਿ ਸ਼ਾਇਦ ਪੰਜਾਬ ਦੇ ਵਿੱਚ ਕਿਸੇ ਇੱਕ ਨੂੰ ਕਨਵੀਨਰ ਨਹੀਂ ਲਾਇਆ ਜਾਊਗਾ, ਬਲਕਿ ਇੱਕ ਕਮੇਟੀ ਬਣਾ ਕੇ ਜਿਹੜਾ ਜੀ ਉਹ ਕੰਮ ਤੋਰਿਆ ਜਾਊਗਾ ਅੱਗੇ, ਕਿਉਂਕਿ ਪੰਜਾਬ ਦੀ ਸ਼ਾਇਦ ਸਥਿਤੀ ਜਿਹੜੀ ਆ ਜੀ ਉਹ ਸਮਝ ਗਏ ਨੇ ਜਿਹੜੇ ਨੈਸ਼ਨਲ ਕਨਵੀਨਰ ਨੇ ਕਿ ਪੰਜਾਬ ਦੀ ਲੀਡਰਸ਼ਿਪ ਤਾਂ ਡੱਡੂਆਂ ਦੀ ਪੰਸੇਰੀ ਆ। ਕੋਈ ਤੁਸੀਂ ਪਾਰਟੀ ਲੈ ਲਓ, ਇਹਨਾਂ ਨੇ ਟੱਪ ਕੇ ਟਿਕਣਾ ਤਾਂ ਹੈ ਨਹੀਂ ਕਿਤੇ ਜੀ। ਜੀ ਬਿਲਕੁਲ, ਇੱਥੇ ਵਰਕਰ ਘੱਟ ਹੁੰਦੇ ਆ ਤੇ ਲੀਡਰ ਆ ਜਿਹੜੇ ਉਹ ਬਹੁਤ ਜ਼ਿਆਦਾ ਹੁੰਦੇ ਆ। ਪੰਜਾਬ ਦੇ ਵਿੱਚ ਇਹ ਜ਼ਿਆਦਾ ਵੱਡੀ ਭੁੱਖ ਆ। ਤੇ ਅਖੀਰ ਦੇ ਵਿੱਚ ਜੀ ਆਚਨਾਮਾ ਕਿ ਜਿਹੜਾ ਪ੍ਰਾਪਰਟੀ ਉੱਤੇ ਸੀ ਟੈਕਸ ਲੱਗਾ, ਕਹਿੰਦੀ ਰਹੀ ਸਰਕਾਰ ਹੁਣ ਰਹੂਗਾ ਨਾ। ਜਿਹੜਾ ਪ੍ਰਾਪਰਟੀ ਉੱਤੇ ਸੀ ਟੈਕਸ ਲੱਗਾ, ਕਹਿੰਦੀ ਰਹੀ ਸਰਕਾਰ ਹੁਣ ਰਹੂਗਾ ਨਾ। ਉੱਤੇ ਸ਼ਹਿਰੀਆਂ ਦੇ ਵਾਧੂ ਬੋਝ ਪਾਇਆ, ਅਗਲੇ ਦਿਨਾਂ ਦੇ ਵਿੱਚ ਕੋਈ ਕਹੂਗਾ ਨਾ। ਗੁੱਸੇ ਨਹੀਂ ਪੰਜਾਬੀ ਕੋਈ ਰਹਿਣ ਦੇਣਾ, ਵੋਟਰ ਅਸਾਂ ਦੇ ਉਲਟ ਹੁਣ ਵਹੂਗਾ ਨਾ। ਬਿਨਾਂ ਵਜ੍ਹਾ ਨਹੀਂ ਬੋਝ ਹੁਣ ਪਾਈ ਜਾਣਾ, ਪਾਉਣਾ ਬੋਝ ਜੇ ਨਹੀਂ ਕੋਈ ਸਹੂਗਾ ਨਾ। ਹੁਣ ਇਸ ਤੋਂ ਉਲਟ ਦੀ ਖਬਰ ਆ ਗਈ, ਟੈਕਸ ਰਹਿਣਾ ਪਰ ਰਕਮ ਕੁਝ ਘੱਟ ਹੋ ਸੀ। ਹੁਣ ਇਸ ਤੋਂ ਉਲਟ ਦੀ ਖਬਰ ਆ ਗਈ, ਟੈਕਸ ਰਹਿਣਾ ਪਰ ਰਕਮ ਕੁਝ ਘੱਟ ਹੋ ਸੀ। ਕਰਦੀ ਵਾਅਦਾ ਤਾਂ ਰਹੇ ਸਰਕਾਰ ਕਰਦੀ, ਰਹਿਣੀ ਵੱਜਣ ਤੋਂ ਬਿਨਾਂ ਨਹੀਂ ਸੱਟ ਹੋ ਸੀ। ਥੈਂਕ ਯੂ ਅਬਲਤੇਜ ਪੰਨੂ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਮਿਹਰਬਾਨੀ ਜੀ, ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ। ਅਸਲ ਤੇ ਇਹ ਸਨ ਬਲਤੇਜ ਪੰਨੂ ਜੋ ਸਾਨੂੰ ਪੰਜਾਬ ਦੀਆਂ ਖਬਰਾਂ ਬਾਰੇ ਦੱਸਦੇ ਨੇ। ਮੇਰੇ ਵੱਲੋਂ ਵੀ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ।